ਦੋਸਤੋ ਕਿਸੇ ਦੀ ਵੀ ਮਨ ਦੀ ਗੱਲ ਜਾਣਨ ਲਈ ਤਿੰਨ ਤਰੀਕੇ ਹੁੰਦੇ ਨੇ ਤੇ ਇਹਨਾਂ ਤਿੰਨਾਂ ਨੂੰ ਸਮਝਣਾ ਬਹੁਤ ਹੀ ਜ਼ਰੂਰੀ ਹੈ। ਜੇ ਤੁਸੀਂ ਇਹਨਾਂ ਤਿੰਨਾਂ ਤਰੀਕਿਆਂ ਨੂੰ ਸਮਝ ਲੈਂਦੇ ਹੋ ਤਾਂ ਤੁਸੀਂ ਕਿਸੇ ਦੇ ਵੀ ਮਨ ਦੀ ਗੱਲ ਪੜ੍ਹ ਜਾਂ ਸਮਝ ਸਕਦੇ ਹੋ। ਤਾਂ ਚਲੋ ਆਪਾਂ ਇਹਦੀ ਸ਼ੁਰੂਆਤ ਇੱਕ ਬੁੱਧ ਕਹਾਣੀ ਤੋਂ ਕਰਦੇ ਹਾਂ। ਇੱਕ ਛੋਟਾ ਜਿਹਾ ਪਿੰਡ ਸੀ, ਉਹਦੇ ਵਿੱਚ ਦੋ ਭਾਈ ਰਿਹਾ ਕਰਦੇ ਸੀ। ਬੜਾ ਭਾਈ ਅੱਖਾਂ ਤੋਂ ਅੰਨਾ ਸੀ ਤੇ ਉਹਨੂੰ ਕੁਝ ਵੀ ਨਹੀਂ ਸੀ ਦਿਖਦਾ, ਜਿਸ ਕਰਕੇ ਉਹ ਹਮੇਸ਼ਾ ਘਰੇ ਹੀ ਬੈਠਾ ਰਹਿੰਦਾ ਸੀ। ਤੇ ਜਿਹੜਾ ਛੋਟਾ ਭਾਈ ਸੀ ਉਹ ਮਿਹਨਤ ਕਰਕੇ ਖੇਤੀ ਕਰਿਆ ਕਰਦਾ ਸੀ, ਪਰ ਉਹਦੀ ਮਿਹਨਤ ਹਮੇਸ਼ਾ ਅਸਫਲ ਜਾਂਦੀ, ਕਿਉਂਕਿ ਖੇਤਾਂ ਵਿੱਚ ਬਹੁਤ ਸਾਰੇ ਜਾਨਵਰ ਆ ਜਾਇਆ ਕਰਦੇ ਤੇ ਇਹਨਾਂ ਦੀਆਂ ਜਿਹੜੀਆਂ ਫਸਲਾਂ ਸੀ ਉਹਨਾਂ ਨੂੰ ਤਬਾਹ ਕਰ ਜਾਇਆ ਕਰਦੇ ਸੀ। ਜਿਸ ਕਾਰਨ ਜਿਹੜਾ ਛੋਟਾ ਭਾਈ ਸੀ ਉਹ ਬਹੁਤ ਹੀ ਪਰੇਸ਼ਾਨ ਰਹਿਣ ਲੱਗ ਗਿਆ ਸੀ। ਇੱਕ ਦਿਨ ਉਹਦੇ ਮਨ ਵਿੱਚ ਇੱਕ ਖਿਆਲ ਆਇਆ ਕਿ ਮੇਰਾ ਵੱਡਾ ਭਾਈ ਹੈ ਜੋ ਉਹ ਅੱਖਾਂ ਤੋਂ ਅੰਨਾ ਹੈ ਤੇ ਵੈਸੇ ਵੀ ਘਰੇ ਵਿਹਲਾ ਹੀ ਰਹਿੰਦਾ ਹੈ, ਕਿ ਕਿਉਂ ਨਾ ਮੈਂ ਇਹਦੀ ਮਦਦ ਲੈ ਕੇ ਇਹਨੂੰ ਖੇਤ 'ਚ ਬਿਠਾ ਦਾਂ ਤੇ ਜਦੋਂ ਵੀ ਕਿਤੇ ਜਾਨਵਰ ਥੋੜ੍ਹਾ ਬਹੁਤ ਵੀ ਖੜਕਾ ਕਰਨ ਤਾਂ ਇਹ ਉੱਚੀ ਉੱਚੀ ਰੌਲਾ ਪਾ ਕੇ ਉਹਨਾਂ ਨੂੰ ਭਜਾ ਦਿਆ ਕਰੇ, ਜਿਹਦੇ ਨਾਲ ਸਾਡੀਆਂ ਫਸਲਾਂ ਬਚ ਜਾਣਗੀਆਂ। ਇਸ ਲਈ ਉਹਨੇ ਖੇਤ ਵਿੱਚ ਸਾਰਾ ਕੁਝ ਸੋਚ ਵਿਚਾਰ ਕਰਕੇ ਆਪਣੇ ਖੇਤ ਵਿੱਚ ਇੱਕ ਛੋਟੀ ਜਿਹੀ ਝੋਪੜੀ ਤਿਆਰ ਕਰ ਦਿੱਤੀ ਤੇ ਆਪਣੇ ਅੰਨੇ ਭਾਈ ਨੂੰ ਕਿਹਾ ਕਿ ਤੂੰ ਹੁਣ ਤੋਂ ਖੇਤ ਵਿੱਚ ਹੀ ਰਿਹਾ ਕਰ, ਤੇ ਜੇਕਰ ਕੋਈ ਜਾਨਵਰ ਦੀ ਤੈਨੂੰ ਆਵਾਜ਼ ਸੁਣੇ ਤਾਂ ਤੂੰ ਉੱਚੀ ਉੱਚੀ ਰੌਲਾ ਪਾ ਦੇਵੀਂ। ਇਹ ਸੁਣ ਕੇ ਜਿਹੜਾ ਜਾਨਵਰ ਹੋਊਗਾ ਉਹ ਉੱਥੋਂ ਭੱਜ ਜਾਏਗਾ ਤੇ ਆਪਣੀਆਂ ਜਿਹੜੀਆਂ ਫਸਲਾਂ ਨੇ ਉਹ ਬਰਬਾਦ ਹੋਣ ਤੋਂ ਬਚ ਜਾਣਗੀਆਂ। ਇਹ ਸਭ ਤੋਂ ਬਾਅਦ ਜਿਹੜਾ ਬੜਾ ਭਾਈ ਸੀ ਉਹ ਖੇਤ ਵਿੱਚ ਹੀ ਰਹਿਣ ਲੱਗ ਪਿਆ ਤੇ 3-4 ਦਿਨ ਬੀਤੇ। ਉਹ ਉਵੇਂ ਹੀ ਕਰਦਾ ਰਿਹਾ ਜਿਵੇਂ ਉਹਦੇ ਭਾਈ ਨੇ ਦੱਸਿਆ। ਕੋਈ ਜਾਨਵਰ ਆਇਆ ਕਰਦਾ ਤਾਂ ਉਹਨੂੰ ਭਜਾ ਦਿਆ ਕਰਦਾ ਸੀ। ਇੱਕ ਦਿਨ ਕੀ ਹੋਇਆ, ਇੱਕ ਹਿਰਨ ਆਇਆ ਤੇ ਇਹਨਾਂ ਨੇ ਜੋ ਆਪਣੇ ਖੇਤ ਤੇ ਇੱਕ ਡੰਡੇ ਨਾਲ ਬੰਨ੍ਹ ਲਾਇਆ ਹੋਇਆ ਸੀ, ਹਿਰਨ ਉਸ ਨੂੰ ਤੋੜਦਾ ਹੋਇਆ ਚਲਿਆ ਗਿਆ। ਹਿਰਨ ਦੀ ਜਾਨ ਮਗਰੋਂ ਹੀ ਇੱਕ ਰਾਜਾ ਆਇਆ। ਰਾਜੇ ਨੇ ਆ ਕੇ ਇਸ ਭਾਈ ਨੂੰ ਪੁੱਛਿਆ ਕਿ ਤੂੰ ਕੋਈ ਇੱਥੋਂ ਹਿਰਨ ਜਾਂਦਾ ਦੇਖਿਆ ਹੈ? ਮੈਂ ਉਸ ਦਾ ਸ਼ਿਕਾਰ ਕਰ ਰਿਹਾ ਹਾਂ। ਅੱਗੋਂ ਜੋ ਅੰਨਾ ਵਿਅਕਤੀ ਸੀ ਉਹ ਬੋਲਿਆ ਕਿ ਇਹ ਰਾਜਨ, ਮੈਂ ਤਾਂ ਅੱਖਾਂ ਤੋਂ ਅੰਨਾ ਹਾਂ, ਮੈਂ ਕੋਈ ਹਿਰਨ ਨਹੀਂ ਦੇਖਿਆ, ਪਰ ਮੈਂ ਇੱਕ ਗੱਲ ਬੜੇ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜੋ ਹਿਰਨ ਇੱਥੋਂ ਲੰਘਿਆ ਹੈ ਉਹ ਤੁਹਾਡੇ ਸ਼ਿਕਾਰ ਕਰਨ ਲਾਇਕ ਨਹੀਂ ਹੈ। ਰਾਜਾ ਹੱਸ ਪਿਆ ਤੇ ਬੋਲਿਆ ਕਿ ਤੂੰ ਤਾਂ ਕਹਿਣਾ ਹੈ ਕਿ ਤੂੰ ਅੰਨਾ ਹੈ, ਤੇ ਤੂੰ ਇਹ ਗੱਲ ਕਿਵੇਂ ਕਹਿ ਸਕਦਾ ਹੈ ਕਿ ਉਹ ਜਿਹੜਾ ਹਿਰਨ ਹੈ ਮੇਰੇ ਸ਼ਿਕਾਰ ਕਰਨ ਲਾਇਕ ਨਹੀਂ? ਤਾਂ ਉਹ ਅੰਨਾ ਵਿਅਕਤੀ ਬੋਲਿਆ ਕਿ ਮੈਂ ਕਦੇ ਨਹੀਂ ਸੁਣਿਆ ਕਿ ਰਾਜੇ ਕਿਸੇ ਗਰਭਵਤੀ ਹਿਰਨੀ ਦਾ ਸ਼ਿਕਾਰ ਕਰਦੇ ਹੋਣ। ਅੰਨੇ ਵਿਅਕਤੀ ਦੀ ਇਹ ਗੱਲ ਸੁਣ ਕੇ ਰਾਜਾ ਚਿੰਤਾ ਦੀ ਮੁਦਰਾ ਵਿੱਚ ਚਲਿਆ ਗਿਆ। ਕੁਝ ਸਮਾਂ ਸੋਚਣ ਤੋਂ ਬਾਅਦ ਉਸਨੇ ਆਪਣੇ ਸੈਨਾਪਤੀ ਨੂੰ ਕਿਹਾ ਕਿ ਇਹ ਅੰਨਾ ਵਿਅਕਤੀ ਇੰਨੇ ਦਾਅਵੇ ਨਾਲ ਕਿਵੇਂ ਕਹਿ ਸਕਦਾ ਹੈ ਕਿ ਉਹ ਇੱਕ ਹਿਰਨੀ ਸੀ ਤੇ ਉੱਤੋਂ ਗਰਭਵਤੀ। ਉਸਨੇ ਕਿਹਾ ਕਿ ਜਾਓ ਜਾ ਕੇ ਪਤਾ ਕਰਕੇ ਆਓ ਕਿ ਉਹ ਇੱਕ ਹਿਰਨ ਸੀ ਜਾਂ ਹਿਰਨੀ। ਸੈਨਾਪਤੀ ਰਾਜੇ ਤੋਂ ਆਗਿਆ ਲੈ ਕੇ ਚਲਿਆ ਗਿਆ। ਕੁਝ ਸਮੇਂ ਬਾਅਦ ਜਦੋਂ ਸੈਨਾਪਤੀ ਵਾਪਸ ਆਇਆ ਤਾਂ ਉਸਨੇ ਦੱਸਿਆ ਕਿ ਮਹਾਰਾਜ ਉਹ ਇੱਕ ਹਿਰਨੀ ਹੀ ਸੀ ਤੇ ਉਹ ਵੀ ਗਰਭਵਤੀ। ਉਹ ਆਪਣੇ ਸ਼ਿਕਾਰ ਕਰਨ ਲਾਇਕ ਸੱਚੀਓ ਨਹੀਂ ਸੀ। ਤਾਂ ਰਾਜਾ ਬੜਾ ਹੀ ਹੈਰਾਨ ਵੀ ਹੋਇਆ ਤੇ ਪ੍ਰਭਾਵਿਤ ਵੀ ਕਿ ਇੱਕ ਅੰਨੇ ਵਿਅਕਤੀ ਨੂੰ ਕਿਵੇਂ ਪਤਾ ਲੱਗਿਆ ਕਿ ਉਹ ਇੱਕ ਹਿਰਨੀ ਸੀ। ਤਾਂ ਉਸਨੇ ਉਸ ਵਿਅਕਤੀ ਨੂੰ ਪੁੱਛਿਆ ਕਿ ਹੁਣ ਦੱਸ ਕਿ ਤੈਨੂੰ ਪਤਾ ਕਿਵੇਂ ਲੱਗਿਆ, ਤੂੰ ਅੱਖਾਂ ਤੋਂ ਤਾਂ ਦੇਖ ਨਹੀਂ ਸਕਦਾ। ਤਾਂ ਉਸ ਅੰਨੇ ਵਿਅਕਤੀ ਨੇ ਕਿਹਾ ਕਿ ਇਹ ਰਾਜਨ, ਮੈਂ ਰੋਜ਼ ਸਾਰਾ ਦਿਨ ਇੱਥੇ ਬੈਠਾ ਦੇਖਦਾ ਹਾਂ ਕਿ ਕਿੰਨੇ ਤਰ੍ਹਾਂ ਦੇ ਜਾਨਵਰ ਆਉਂਦੇ ਹਨ। ਜੇਕਰ ਉਹ ਇੱਕ ਹਿਰਨ ਹੁੰਦਾ ਤਾਂ ਉਹ ਸਾਡੇ ਲਾਏ ਹੋਏ ਬੰਨ ਦੇ ਉੱਤੋਂ ਦੀ ਵੀ ਟੱਪ ਸਕਦਾ ਸੀ, ਪਰ ਉਹ ਇੱਕ ਗਰਭਵਤੀ ਹਿਰਨੀ ਸੀ ਜਿਸ ਦੀ ਕਿ ਰਫ਼ਤਾਰ ਬਹੁਤ ਹੀ ਧੀਮੀ ਹੋਈ ਸੀ ਤੇ ਉਸਨੇ ਛਾਲ ਮਾਰ ਕੇ ਇਸ ਲਈ ਨਹੀਂ ਟੱਪਿਆ ਬੰਨ ਨੂੰ ਕਿਉਂਕਿ ਉਸਦੇ ਬੱਚੇ ਨੂੰ ਨੁਕਸਾਨ ਪਹੁੰਚ ਸਕਦਾ ਸੀ। ਇਸ ਲਈ ਉਸਨੇ ਛਾਲ ਮਾਰਨ ਦੀ ਜਗ੍ਹਾ ਬੰਨ ਨੂੰ ਤੋੜਨਾ ਮੁਨਾਸਿਬ ਸਮਝਿਆ ਅਤੇ ਉਹ ਬੰਨ ਨੂੰ ਤੋੜ ਕੇ ਅੱਗੇ ਨਿਕਲ ਗਈ। ਤਾਂ ਰਾਜੇ ਨੇ ਕਿਹਾ ਕਿ ਤੂੰ ਇੰਨੇ ਦਾਅਵੇ ਨਾਲ ਫਿਰ ਵੀ ਕਿਵੇਂ ਕਹਿ ਦਿੱਤਾ ਕਿ ਉਹ ਇੱਕ ਹਿਰਨੀ ਹੈ? ਉਹ ਕੋਈ ਹੋਰ ਜਾਨਵਰ ਵੀ ਤਾਂ ਹੋ ਸਕਦਾ ਸੀ। ਤਾਂ ਉਸ ਵਿਅਕਤੀ ਨੇ ਕਿਹਾ ਕਿ ਮੈਂ ਸਾਰਾ ਦਿਨ ਇਹਨਾਂ ਜਾਨਵਰਾਂ ਨੂੰ ਹੀ ਦੇਖਦਾ ਹਾਂ, ਮੈਨੂੰ ਇੰਨਾ ਤਜਰਬਾ ਹੋ ਗਿਆ ਹੈ ਕਿ ਕਿਹੜਾ ਜਾਨਵਰ ਆਉਂਦਾ ਹੈ ਤੇ ਕਿਹੜਾ ਜਾਨਵਰ ਜਾਂਦਾ ਹੈ। ਅੰਨੇ ਵਿਅਕਤੀ ਦੀਆਂ ਇੰਨੀਆਂ ਪ੍ਰਭਾਵਸ਼ਾਲੀ ਤੇ ਦਿਮਾਗ ਵਾਲੀਆਂ ਗੱਲਾਂ ਸੁਣ ਕੇ ਰਾਜੇ ਨੇ ਕਿਹਾ ਕਿ ਇਹ ਬੜਾ ਹੀ ਕੰਮ ਦਾ ਬੰਦਾ ਹੈ, ਇਸ ਨੂੰ ਆਪਣੇ ਨਾਲ ਮਹਿਲ ਲੈ ਜਾਂਦੇ ਹਾਂ ਤੇ ਇਸ ਤੋਂ ਕੋਈ ਤਾਂ ਫਾਇਦਾ ਲੈਣਾ ਚਾਹੀਦਾ ਹੈ। ਜਦੋਂ ਰਾਜਾ ਆਪਣੇ ਮਹਿਲ ਪਹੁੰਚਿਆ ਤਾਂ ਉਸਨੇ ਉਸ ਅੰਨੇ ਵਿਅਕਤੀ ਨੂੰ ਕਿਹਾ ਕਿ ਤੂੰ ਮੇਰਾ ਇੱਕ ਕੰਮ ਕਰ। ਵਿਅਕਤੀ ਨੇ ਕਿਹਾ ਕਿ ਜੀ ਮਹਾਰਾਜ, ਦੱਸੋ ਕੀ ਕੰਮ ਕਰਨਾ ਹੈ? ਰਾਜੇ ਨੇ ਕਿਹਾ ਕਿ ਤੂੰ ਮੈਨੂੰ ਪਤਾ ਕਰਕੇ ਦੱਸ ਕਿ ਮੇਰੀ ਪਤਨੀ ਪਤੀਵਰਤਾ ਹੈ ਜਾਂ ਨਹੀਂ। ਤਾਂ ਉਹ ਵਿਅਕਤੀ ਬੜੇ ਕ੍ਰੋਧ ਵਿੱਚ ਆ ਗਿਆ। ਉਸਨੇ ਕਿਹਾ ਕਿ ਹੇ ਰਾਜਨ, ਤੁਹਾਡੀ ਸ਼ਾਦੀ ਨੂੰ ਕਿੰਨੇ ਸਾਲ ਹੋ ਗਏ ਨੇ? ਤੁਸੀਂ ਇਹ ਚੀਜ਼ ਪਤਾ ਕਰਕੇ ਹੁਣ ਕੀ ਕਰਨਾ ਹੈ? ਤਾਂ ਰਾਜੇ ਨੇ ਕਿਹਾ ਕਿ ਇਹ ਮੇਰਾ ਹੁਕਮ ਹੈ, ਮੇਰਾ ਹੁਕਮ ਮੰਨ, ਨਹੀਂ ਤਾਂ ਤੇਰਾ ਸਿਰ ਧੜ ਤੋਂ ਅੱਡ ਕਰ ਦੇਵਾਂਗਾ। ਅੰਨੇ ਵਿਅਕਤੀ ਨੇ ਹੁਕਮ ਦੀ ਪਾਲਣਾ ਕੀਤੀ, ਪਰ ਉਸਨੇ ਕਿਹਾ ਕਿ ਤੁਹਾਨੂੰ ਮੇਰੀ ਇੱਕ ਸ਼ਰਤ ਮੰਨਣੀ ਪਵੇਗੀ।
ਮੈਂ ਤੁਹਾਨੂੰ ਦੱਸ ਦੂੰਗਾ ਕਿ ਤੁਹਾਡੀ ਪਤਨੀ ਪਤੀਵਰਤਾ ਹੈ ਜਾਂ ਨਹੀਂ, ਪਰ ਤੁਹਾਨੂੰ ਉਸ ਨੂੰ ਮੇਰੇ ਨਾਲ ਕਮਰੇ ਵਿੱਚ ਕੁਝ ਸਮੇਂ ਲਈ ਇਕੱਲੀ ਨੂੰ ਛੱਡਣਾ ਪਵੇਗਾ। ਪਹਿਲਾਂ ਤਾਂ ਰਾਜਾ ਬੜਾ ਕ੍ਰੋਧਿਤ ਹੋ ਗਿਆ, ਪਰ ਬਾਅਦ ਵਿੱਚ ਉਸਨੇ ਉਸ ਅੰਨੇ ਵਿਅਕਤੀ ਦੀ ਗੱਲ ਮੰਨ ਲਈ। ਉਸਨੇ ਆਪਣੇ ਸੈਨਾਪਤੀ ਨੂੰ ਆਗਿਆ ਕੀਤੀ ਕਿ ਜਾ ਕੇ ਇਸ ਭਾਈ ਨੂੰ ਮੇਰੀ ਪਤਨੀ ਨਾਲ ਕੁਝ ਸਮੇਂ ਲਈ ਇਕੱਲਾ ਛੱਡ ਦਿਓ। ਜਦੋਂ ਅੰਨੇ ਵਿਅਕਤੀ ਨੂੰ ਅਤੇ ਰਾਜੇ ਦੀ ਪਤਨੀ ਨੂੰ ਇਕੱਲਾ ਛੱਡਿਆ ਗਿਆ ਤਾਂ ਅੰਨੇ ਵਿਅਕਤੀ ਨੇ ਕਿਹਾ ਕਿ ਮਹਾਰਾਣੀ, ਮੈਂ ਤੁਹਾਨੂੰ ਛੋਹਣਾ ਚਾਹੁੰਦਾ ਹਾਂ। ਤਾਂ ਮਹਾਰਾਣੀ ਇਹ ਗੱਲ ਸੁਣ ਕੇ ਬੜੇ ਹੀ ਕ੍ਰੋਧ ਵਿੱਚ ਆ ਗਈ। ਉਸਨੇ ਜੁੱਤੀਆਂ ਨਾਲ ਫੜ ਕੇ ਅੰਨੇ ਵਿਅਕਤੀ ਨੂੰ ਬਹੁਤ ਜ਼ਿਆਦਾ ਕੁੱਟਿਆ, ਇੰਨਾ ਜ਼ਿਆਦਾ ਕੁੱਟਿਆ ਕਿ ਉਹ ਆਪਣੀ ਜਾਨ ਬਚਾ ਕੇ ਮਸਾਂ ਉੱਥੋਂ ਨਿਕਲਿਆ ਤੇ ਰਾਜੇ ਕੋਲ ਜਾ ਪਹੁੰਚਿਆ। ਉਸਨੇ ਕਿਹਾ ਕਿ ਇਹ ਰਾਜਨ, ਤੁਹਾਡੀ ਜਿਹੜੀ ਪਤਨੀ ਹੈ ਉਹ ਪਤੀਵਰਤਾ ਨਹੀਂ ਹੋ ਸਕਦੀ। ਵਿਅਕਤੀ ਦੀ ਇਹ ਗੱਲ ਸੁਣ ਕੇ ਰਾਜਾ ਨਾਲ ਦੀ ਨਾਲ ਆਪਣੀ ਸ਼ਮਸ਼ੀਰ ਲੈ ਕੇ ਆਪਣੀ ਪਤਨੀ ਕੋਲ ਚਲਿਆ ਗਿਆ ਅਤੇ ਉਸਦੇ ਗਲ ਤੇ ਰੱਖ ਦਿੱਤੀ ਸ਼ਮਸ਼ੀਰ। ਉਸਨੇ ਕਿਹਾ ਕਿ ਤੂੰ ਮੈਨੂੰ ਅੱਜ ਸੱਚ-ਸੱਚ ਦੱਸ ਕਿ ਤੂੰ ਪਤੀਵਰਤਾ ਹੈ ਜਾਂ ਨਹੀਂ। ਜੇ ਤੂੰ ਮੈਨੂੰ ਝੂਠ ਬੋਲਿਆ ਤਾਂ ਮੈਂ ਤੇਰਾ ਸਿਰ ਧੜ ਤੋਂ ਅਲੱਗ ਕਰ ਦੇਵਾਂਗਾ। ਰਾਜੇ ਦੀ ਰਾਣੀ ਨੇ ਕਿਹਾ ਕਿ ਰਾਜਨ, ਬੇਸ਼ੱਕ ਤੁਸੀਂ ਮੈਨੂੰ ਅੱਜ ਮਾਰ ਦੇਵੋ, ਪਰ ਮੈਂ ਸੱਚ ਬੋਲਦੀ ਹਾਂ, ਮੈਂ ਪਤੀਵਰਤਾ ਨਹੀਂ ਹਾਂ। ਗੱਲ ਸੁਣ ਕੇ ਰਾਜਾ ਬੜਾ ਹੀ ਖੁਸ਼ ਹੋਇਆ, ਕਿਉਂਕਿ ਜੋ ਅੰਨੇ ਵਿਅਕਤੀ ਦਾ ਅੰਦਾਜ਼ਾ ਸੀ ਉਹ ਅੰਦਾਜ਼ਾ ਨਹੀਂ ਬਲਕਿ ਬਿਲਕੁਲ ਹੀ ਸਹੀ ਤੇ ਸੱਚਾ ਉੱਤਰ ਨਿਕਲਿਆ। ਉਸਨੇ ਜਾ ਕੇ ਅੰਨੇ ਵਿਅਕਤੀ ਨੂੰ ਪੁੱਛਿਆ ਕਿ ਤੂੰ ਤਾਂ ਕਮਾਲ ਕਰਦਾ ਹੈ, ਤੂੰ ਮੈਨੂੰ ਦੱਸ ਕਿ ਤੈਨੂੰ ਇਸ ਵਾਰ ਕਿਵੇਂ ਪਤਾ ਚੱਲਿਆ ਕਿ ਮੇਰੀ ਪਤਨੀ ਪਤੀਵਰਤਾ ਨਹੀਂ ਹੈ। ਉਸਨੇ ਕਿਹਾ ਕਿ ਰਾਜਨ, ਜਦੋਂ ਮੈਂ ਤੁਹਾਡੀ ਪਤਨੀ ਦੇ ਨਾਲ ਕਮਰੇ ਵਿੱਚ ਇਕੱਲਾ ਸੀ ਤਾਂ ਮੈਂ ਉਸ ਨੂੰ ਕਿਹਾ ਕਿ ਮਹਾਰਾਣੀ, ਮੈਂ ਤੁਹਾਨੂੰ ਛੂ ਕੇ ਦੇਖਣਾ ਚਾਹੁੰਦਾ ਹਾਂ। ਤਾਂ ਉਸਨੇ ਮੈਨੂੰ ਸਾਫ਼-ਸਾਫ਼ ਜਵਾਬ ਦੇ ਦਿੱਤਾ ਅਤੇ ਮੈਨੂੰ ਕੁੱਟਣ ਲੱਗ ਗਈ। ਕਿੱਥੇ ਤਾਂ ਉਸਨੇ ਮੈਨੂੰ ਆਪਣੇ ਆਪ ਨੂੰ ਛੂਹਣ ਤੋਂ ਵੀ ਮਨਾ ਕਰਿਆ ਤੇ ਕਿੱਥੇ ਉਹਨੇ ਮੈਨੂੰ ਆਪ ਹੱਥ ਲਾ ਕੇ ਕੁੱਟਿਆ। ਤੁਸੀਂ ਆਪ ਸਮਝੋ ਕਿ ਇਹ ਇੱਕ ਪਤੀਵਰਤਾ ਔਰਤ ਦਾ ਕੰਮ ਨਹੀਂ ਹੈ। ਰਾਜਾ ਬਹੁਤ ਖੁਸ਼ ਹੋਇਆ। ਰਾਜੇ ਨੇ ਕਿਹਾ ਕਿ ਸੱਚੀ ਹੀ ਤੈਨੂੰ ਬਹੁਤ ਹੀ ਜ਼ਿਆਦਾ ਤਜਰਬਾ ਹੈ। ਉਸਨੇ ਕਿਹਾ, ਮੇਰਾ ਇੱਕ ਸਵਾਲ ਹੋਰ ਹੈ ਕਿ ਤੂੰ ਮੈਨੂੰ ਸੱਚੋ ਸੱਚ ਦੱਸ ਕਿ ਮੇਰਾ ਪਿਤਾ ਕੌਣ ਹੈ। ਇਹ ਗੱਲ ਸੁਣ ਕੇ ਅੰਨਾ ਵਿਅਕਤੀ ਇੱਕ ਵਾਰ ਫਿਰ ਤੋਂ ਕ੍ਰੋਧ ਵਿੱਚ ਆ ਗਿਆ। ਉਸਨੇ ਕਿਹਾ ਕਿ ਹੇ ਰਾਜਨ, ਤੁਹਾਡਾ ਇਸ ਚੀਜ਼ ਤੋਂ ਕੀ ਲੈਣਾ ਦੇਣਾ ਹੈ ਕਿ ਤੁਹਾਡਾ ਪਿਤਾ ਕੌਣ ਹੈ। ਉਸਨੇ ਰਾਜੇ ਨੇ ਕਿਹਾ ਕਿ ਨਹੀਂ, ਇਹ ਵੀ ਮੇਰਾ ਹੁਕਮ ਹੈ, ਤੂੰ ਮੇਰੇ ਹੁਕਮ ਦੀ ਪਾਲਣਾ ਕਰ, ਨਹੀਂ ਤਾਂ ਮੈਂ ਤੈਨੂੰ ਛੱਡਾਂਗਾ ਨਹੀਂ। ਉਸ ਅੰਨੇ ਵਿਅਕਤੀ ਨੇ ਜਵਾਬ ਦਿੱਤਾ ਕਿ ਰਾਜਨ, ਪੁੱਤਰ ਤਾਂ ਤੂੰ ਆਪਣੇ ਰਾਜਾ ਪਿਤਾ ਦਾ ਹੀ ਹੈ, ਪਰ ਤੇਰੇ ਉੱਪਰ ਇੱਕ ਕੰਜੂਸ ਸੇਠ ਦੀ ਛਾਇਆ ਪਈ ਹੋਈ ਹੈ। ਇਹ ਗੱਲ ਸੁਣ ਕੇ ਰਾਜਾ ਫਿਰ ਤੋਂ ਇਸ ਵਾਰ ਆਪਣੀ ਮਾਤਾ ਕੋਲ ਚਲਿਆ ਗਿਆ। ਉਸਦੇ ਕੋਲ ਜਾ ਕੇ ਆਪਣੀ ਸ਼ਮਸ਼ੀਰ ਬਾਹਰ ਕੱਢ ਲਈ ਅਤੇ ਕਿਹਾ ਕਿ ਮਾਂ, ਤੂੰ ਮੈਨੂੰ ਸੱਚ ਦੱਸ ਕਿ ਮੇਰਾ ਪਿਤਾ ਕੌਣ ਹੈ, ਨਹੀਂ ਤਾਂ ਮੈਂ ਅੱਜ ਹੀ ਆਪਣੇ ਪ੍ਰਾਣ ਤਿਆਗ ਦਿਆਂਗਾ। ਉਸਦੀ ਮਾਤਾ ਨੇ ਕਿਹਾ ਕਿ ਹੇ ਪੁੱਤਰ, ਪਿਤਾ ਤਾਂ ਤੇਰਾ ਰਾਜਾ ਹੀ ਹੈ, ਪਰ ਤੇਰੇ ਉੱਪਰ ਇੱਕ ਕੰਜੂਸ ਸੇਠ ਦੀ ਛਾਇਆ ਪਈ ਹੈ। ਇੱਕ ਵਾਰ ਜਦੋਂ ਮੈਂ ਨਹਾ ਕੇ ਨਿਕਲੀ ਸੀ ਤੇ ਆਪਣੇ ਚਿਹਰੇ ਨੂੰ ਸ਼ੀਸ਼ੇ ਵਿੱਚ ਦੇਖ ਰਹੀ ਸੀ ਤਾਂ ਖਿੜਕੀ ਵਿੱਚ ਇੱਕ ਕੰਜੂਸ ਸੇਠ ਖੜਾ ਸੀ ਜਿਸ ਦੀ ਛਾਇਆ ਤੇਰੇ ਉੱਪਰ ਪੈ ਗਈ। ਰਾਜਾ ਬਹੁਤ ਹੀ ਜ਼ਿਆਦਾ ਪ੍ਰਸੰਨ ਹੋ ਗਿਆ ਅਤੇ ਦੁਬਾਰਾ ਚਲਿਆ ਗਿਆ ਉਸ ਅੰਨੇ ਵਿਅਕਤੀ ਕੋਲ। ਉਸਨੇ ਉਸ ਨੂੰ ਪੁੱਛਿਆ ਕਿ ਤੂੰ ਮੈਨੂੰ ਰਾਜ ਦੱਸ ਕਿ ਤੂੰ ਇਹ ਗੱਲਾਂ ਸਿੱਖੀਆਂ ਕਿੱਥੋਂ ਹਨ। ਉਸਨੇ ਕਿਹਾ ਕਿ ਇਹ ਸਾਰਾ ਤਜਰਬਾ ਮੈਂ ਆਪਣੇ ਗੁਰੂ ਕੋਲੋਂ ਲਿਆ ਹੈ। ਰਾਜਨ, ਜੇ ਤੂੰ ਚਾਹਵੇਂ ਤਾਂ ਤੂੰ ਵੀ ਕਿਸੇ ਦੇ ਵੀ ਮਨ ਦੀਆਂ ਗੱਲਾਂ ਪੜ੍ਹ ਸਕਦਾ ਹੈ। ਰਾਜੇ ਨੇ ਪੁੱਛਿਆ ਕਿ ਹੈ, ਇਸ ਦਾ ਮਤਲਬ ਮੈਂ ਵੀ ਇਹ ਸਭ ਕਰ ਸਕਦਾ ਹਾਂ? ਤੂੰ ਮੈਨੂੰ ਸਿਖਾ, ਇਹ ਤੂੰ ਕਿਵੇਂ ਕਰ ਸਕਦਾ ਹੈ। ਉਸ ਵਿਅਕਤੀ ਨੇ ਕਿਹਾ ਕਿ ਸਭ ਤੋਂ ਪਹਿਲਾ ਕੰਮ ਤਾਂ ਹੈ ਆਪਣੇ ਮਨ ਨੂੰ ਇਕਾਗਰ ਕਰਨਾ। ਤੁਹਾਡਾ ਜੋ ਮਨ ਹੈ ਉਹ ਉਸ ਸਮੇਂ ਜਿੱਥੇ ਤੁਸੀਂ ਖੜੇ ਹੋ ਉਸ ਜਗ੍ਹਾ ਉੱਪਰ ਹੋਣਾ ਚਾਹੀਦਾ ਹੈ, ਨਾ ਕਿ ਭੂਤਕਾਲ ਵਿੱਚ ਜਾਂ ਭਵਿੱਖ ਵਿੱਚ ਜੋ ਹੋਣ ਵਾਲਾ ਹੈ ਉਸ ਚੀਜ਼ ਬਾਰੇ ਸੋਚ ਰਿਹਾ ਹੋਵੇ। ਤੁਹਾਨੂੰ ਆਪਣੇ ਮਨ ਨੂੰ ਇਕਾਗਰ ਕਰਕੇ ਉਸ ਜਗ੍ਹਾ 'ਤੇ ਲੈ ਕੇ ਆਉਣਾ ਪਵੇਗਾ ਜਿੱਥੇ ਤੁਹਾਡਾ ਸਰੀਰ ਹੈ। ਉਸ ਤੋਂ ਬਾਅਦ ਨੰਬਰ 2 'ਤੇ ਗੱਲ ਆਉਂਦੀ ਹੈ ਕਿ ਤੁਸੀਂ ਜਿਸ ਵੀ ਵਿਅਕਤੀ ਨਾਲ ਗੱਲ ਕਰ ਰਹੇ ਹੋ ਤੁਹਾਨੂੰ ਉਹਦੀਆਂ ਅੱਖਾਂ ਵੱਲ ਧਿਆਨ ਦੇਣਾ ਪਵੇਗਾ। ਉਸਨੇ ਬੇਨਤੀ ਕੀਤੀ ਕਿ ਹੇ ਰਾਜਨ, ਜਦੋਂ ਮੈਂ ਅੰਨਾ ਨਹੀਂ ਹੋਇਆ ਕਰਦਾ ਸੀ, ਜਦੋਂ ਮੈਂ ਆਪਣੇ ਗੁਰੂ ਕੋਲੋਂ ਇਹ ਸਾਰੀ ਕਲਾ ਸਿੱਖੀ ਤਾਂ ਮੈਂ ਵੀ ਅੱਖਾਂ ਨਾਲ ਹੀ ਲੋਕਾਂ ਦਾ ਮਨ ਪੜ੍ਹ ਲਿਆ ਕਰਦਾ ਸੀ, ਕਿਉਂਕਿ ਮੈਂ ਦੇਖ ਸਕਦਾ ਸੀ ਉਦੋਂ ਲੋਕਾਂ ਦੇ ਚਿਹਰੇ ਵੱਲ। ਜਦੋਂ ਤੁਸੀਂ ਕਿਸੇ ਨਾਲ ਵੀ ਗੱਲ ਕਰ ਰਹੇ ਹੋਵੋ ਤਾਂ ਤੁਹਾਡਾ ਸਭ ਤੋਂ ਵੱਧ ਧਿਆਨ ਸਾਹਮਣੇ ਵਾਲੇ ਬੰਦੇ ਦੀਆਂ ਅੱਖਾਂ ਵਿੱਚ ਹੋਣਾ ਚਾਹੀਦਾ ਹੈ। ਅੱਖਾਂ ਇੱਕ ਐਸੀ ਚੀਜ਼ ਹਨ ਜੋ ਬੰਦੇ ਦੇ ਮਨ ਦੇ ਭਾਵ ਸਾਫ਼ ਸ਼ਬਦਾਂ ਵਿੱਚ ਪ੍ਰਗਟ ਕਰ ਦਿੰਦੀਆਂ ਹਨ। ਅੱਖਾਂ ਕੁਝ ਬੋਲਦੀਆਂ ਨਹੀਂ, ਪਰ ਬਿਨਾਂ ਬੋਲਿਆਂ ਵੀ ਅੱਖਾਂ ਬਹੁਤ ਐਵੇਂ ਦੀਆਂ ਗੱਲਾਂ ਕਰ ਦਿੰਦੀਆਂ ਨੇ ਜੋ ਉਸ ਸਮੇਂ ਬੰਦੇ ਦੇ ਮਨ ਵਿੱਚ ਵਰਤ ਰਹੀਆਂ ਹੁੰਦੀਆਂ ਹਨ। ਤਾਂ ਸਮਝਣ ਵਾਲੀ ਗੱਲ ਇਹ ਹੈ ਕਿ ਜਦੋਂ ਵੀ ਤੁਸੀਂ ਕਿਸੇ ਵਿਅਕਤੀ ਨਾਲ ਗੱਲ ਕਰੋ ਉਸ ਦੀਆਂ ਅੱਖਾਂ ਵੱਲ ਸਭ ਤੋਂ ਖਾਸ ਧਿਆਨ ਦੇਣਾ ਚਾਹੀਦਾ ਹੈ। ਜਦੋਂ ਤੁਸੀਂ ਉਸ ਦੀਆਂ ਅੱਖਾਂ ਦੇਖੋਗੇ, ਜੇਕਰ ਉਹ ਬੰਦਾ ਤੁਹਾਡੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਨਹੀਂ ਕਰ ਰਿਹਾ, ਅੱਖਾਂ ਇੱਧਰ ਉੱਧਰ ਘੁਮਾ ਰਿਹਾ ਹੈ, ਤਾਂ ਸਾਫ਼ ਤੌਰ 'ਤੇ ਉਸ ਦੀ ਬਾਡੀ ਲੈਂਗੁਏਜ, ਸਾਇੰਸ ਵੀ ਇਸ ਚੀਜ਼ ਨੂੰ ਦਰਸਾਉਂਦੀ ਹੈ ਕਿ ਇਹ ਦੱਸਦੀ ਹੈ ਕਿ ਉਸ ਦੇ ਮਨ ਵਿੱਚ ਕੋਈ ਚੋਰੀ ਹੈ, ਉਸ ਦੇ ਮਨ ਵਿੱਚ ਕੋਈ ਝੂਠ ਹੈ।
ਹੋ ਸਕਦਾ ਹੈ ਉਹ ਝੂਠ ਤੁਹਾਡੇ ਬਾਰੇ ਨਾ ਹੋਵੇ, ਕਿਸੇ ਹੋਰ ਬਾਰੇ ਹੋਵੇ, ਪਰ ਉਸ ਦੇ ਮਨ ਵਿੱਚ ਝੂਠ ਹੈ, ਕਿਉਂਕਿ ਜਦੋਂ ਕਿਸੇ ਵੀ ਵਿਅਕਤੀ ਦੇ ਮਨ ਵਿੱਚ ਝੂਠ ਹੁੰਦਾ ਹੈ ਉਹ ਸਾਹਮਣੇ ਵਾਲੇ ਵਿਅਕਤੀ ਨਾਲ ਅੱਖਾਂ ਨਹੀਂ ਮਿਲਾਉਂਦਾ। ਨੰਬਰ 2 ਤੇ ਵਿਅਕਤੀ ਨੇ ਦੱਸਿਆ ਕਿ ਰਾਜਨ ਦੂਜੀ ਜਿਹੜੀ ਭਾਸ਼ਾ ਹੈ ਉਹ ਹੈ ਚਿਹਰੇ ਦੀ ਭਾਸ਼ਾ। ਤੁਸੀਂ ਕਿਸੇ ਵੀ ਵਿਅਕਤੀ ਦੀਆਂ ਅੱਖਾਂ ਤੋਂ, ਨੱਕ ਤੋਂ, ਬੁੱਲ੍ਹਾਂ ਤੋਂ ਜਾਂ ਕੰਨ ਤੋਂ ਕਾਫੀ ਗੱਲਾਂ ਪਤਾ ਕਰ ਸਕਦੇ ਹੋ। ਉਹਨਾਂ ਦੇ ਜਿਹੜੇ ਚਿਹਰੇ ਦੇ ਹਾਵ ਭਾਵ ਹਨ ਉਹ ਇੱਕ ਸੱਚੇ ਵਿਅਕਤੀ ਦੇ ਵੱਖਰੇ ਹੋਣਗੇ, ਅਤੇ ਜਿਹੜਾ ਚਲਾਕ ਵਿਅਕਤੀ ਹੋਏਗਾ ਉਹਨਾਂ ਦੀ ਭਾਸ਼ਾ ਹੀ ਵੱਖਰੀ ਹੋਵੇਗੀ। ਐਸੇ ਵਿਅਕਤੀ ਦੇ ਚਿਹਰੇ ਤੇ ਨਕਲੀ ਹਾਸਾ ਹੋਵੇਗਾ, ਬਣਾਵਟੀ ਹਾਸਾ, ਜੋ ਕਿ ਦਰਸਾਉਂਦਾ ਹੈ ਕਿ ਬੰਦਾ ਝੂਠ ਬੋਲ ਰਿਹਾ ਹੈ, ਜਾਂ ਕੋਈ ਐਵੇਂ ਦੀ ਕਿਰਿਆ ਜੋ ਤੁਹਾਨੂੰ ਐਵੇਂ ਦਾ ਯਕੀਨ ਦਿਵਾਵੇ ਕਿ ਹਾਂ ਬਈ ਬੰਦਾ ਬੜਾ ਹੀ ਭਰੋਸੇਮੰਦ ਹੈ, ਤਾਂ ਉਹ ਵੀ ਬੰਦਾ ਝੂਠਾ ਨਿਕਲ ਜਾਵੇਗਾ। ਨੰਬਰ 3 ਤੇ ਵਿਅਕਤੀ ਨੇ ਦੱਸਿਆ ਕਿ ਤੀਜੀ ਜਿਹੜੀ ਭਾਸ਼ਾ ਹੈ ਉਹ ਹੈ ਸਰੀਰਕ ਭਾਸ਼ਾ, ਬਾਡੀ ਲੈਂਗੁਏਜ ਵੀ ਜਿਸ ਨੂੰ ਆਪਾਂ ਕਹਿ ਦਿੰਦੇ ਹਾਂ। ਇਸ ਨਾਲ ਇਹ ਚੀਜ਼ ਪਤਾ ਲੱਗਦੀ ਹੈ ਜਦੋਂ ਵੀ ਬੰਦਾ ਬਾਰੀ-ਬਾਰੀ ਆਪਣੇ ਹੱਥਾਂ ਨੂੰ ਨਾਲ ਮਸਲੇ ਹੱਥਾਂ ਨਾਲ, ਪਤਾ ਲੱਗਦਾ ਹੈ ਕਿ ਉਹ ਕੋਈ ਝੂਠ ਬੋਲ ਰਿਹਾ ਹੈ। ਜਦੋਂ ਕਿਤੇ ਬੰਦਾ ਹੱਥਾਂ ਨਾਲ ਕੋਈ ਵੀ ਐਵੇਂ ਦੀ ਕਿਰਿਆ ਕਰੇ ਜੋ ਕਿ ਇੱਕ ਸਧਾਰਨ ਠੀਕ ਵਿਅਕਤੀ ਦੀ ਕਿਰਿਆ ਨਾਲੋਂ ਉਲਟ ਹੈ, ਉਹ ਇਹ ਚੀਜ਼ ਦੱਸਦੀ ਹੈ ਕਿ ਇਹ ਬੰਦੇ ਦੇ ਮਨ ਵਿੱਚ ਕੋਈ ਪਾਪ ਹੈ, ਇਹ ਬੰਦੇ ਦੇ ਮਨ ਵਿੱਚ ਕੋਈ ਝੂਠ ਹੈ, ਇਹ ਬੰਦਾ ਗਲਤ ਹੈ। ਬਾਰੀ-ਬਾਰੀ ਹੱਥਾਂ ਨੂੰ ਆਪਣੇ ਮੂੰਹ ਉੱਪਰ ਲੈ ਕੇ ਆਉਣਾ, ਹੱਥਾਂ ਨੂੰ ਬਾਰ-ਬਾਰ ਹੱਥਾਂ ਨਾਲ ਮਸਲਣਾ, ਜਾਂ ਫਿਰ ਕੰਨ 'ਤੇ ਬਾਰ-ਬਾਰ ਖਾਜ ਕਰਨਾ, ਇਹ ਸਭ ਕੁਝ ਐਵੇਂ ਦੀਆਂ ਗੱਲਾਂ ਹਨ ਜੋ ਇੱਕ ਝੂਠੇ ਵਿਅਕਤੀ ਦੀ ਪਛਾਣ ਦਰਸਾਉਂਦੀਆਂ ਹਨ। ਹੁਣ ਅੰਤ ਤਾਂ ਉਸਨੇ ਵੀ ਇੱਕੋ ਗੱਲ ਕਰੀ ਕਿ ਰਾਜਨ, ਇਹ ਤਿੰਨੋਂ ਚੀਜ਼ਾਂ ਬੇਅਰਥ ਹਨ ਜੇ ਤੁਸੀਂ ਆਪਣੇ ਮਨ ਨੂੰ ਇਕਾਗਰ ਨਹੀਂ ਰੱਖਦੇ। ਜੇ ਤੁਹਾਡਾ ਮਨ ਕਿਸੇ ਵਿਅਕਤੀ ਨਾਲ ਖੜੇ, ਤੁਸੀਂ ਸਰੀਰਕ ਤੌਰ 'ਤੇ ਗੱਲ ਤਾਂ ਕਰ ਰਹੇ ਹੋ, ਪਰ ਤੁਹਾਡਾ ਮਨ ਕਿਤੇ ਹੋਰ ਉਡਾਰੀਆਂ ਲਾ ਰਿਹਾ ਹੈ, ਤਾਂ ਮੇਰੇ ਦੱਸੇ ਤਰੀਕਿਆਂ ਵਿੱਚੋਂ ਕੋਈ ਵੀ ਤਰੀਕਾ ਕੰਮ ਨਹੀਂ ਕਰੇਗਾ। ਇਹਨਾਂ ਨੂੰ ਕੰਮ ਕਰਨ ਲਈ ਵੀ ਤੁਹਾਡਾ ਮਨ ਬਿਲਕੁਲ ਸ਼ਾਂਤ ਤੇ ਇਕਾਗਰ ਹੋਣਾ ਚਾਹੀਦਾ ਹੈ। ਤੁਹਾਡਾ ਜਿਹੜਾ ਮਨ ਹੈ ਉਹ ਨਾ ਤਾਂ ਭੂਤਕਾਲ ਵਿੱਚ ਹੋਣਾ ਚਾਹੀਦਾ ਹੈ, ਨਾ ਹੀ ਭਵਿੱਖਤ ਕਾਲ ਵਿੱਚ। ਵਰਤਮਾਨ ਸਮੇਂ ਵਿੱਚ ਆਪਣੇ ਮਨ ਨੂੰ ਲੈ ਕੇ ਆਓ ਅਤੇ ਇਹਨਾਂ ਸਾਰੀਆਂ ਚੀਜ਼ਾਂ ਦੀ ਵਰਤੋਂ ਕਰੋ, ਤਾਂ ਤੁਸੀਂ ਕਿਸੇ ਵੀ ਵਿਅਕਤੀ ਦਾ ਮਨ 1 ਮਿੰਟ ਵਿੱਚ ਪੜ੍ਹ ਸਕਦੇ ਹੋ।